ਹੈਲੋ एवरीवन ਵੈਲਕਮ ਟੂ ਵੰਸ ਅਗੇਨ। ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਮੌਰੀਅਨ ਡੈਂਸਿਟੀ ਯਾਨੀ ਕਿ ਮੌਰੀਆ ਵੰਸ਼ ਕਾਲ ਦੇ ਬਾਰੇ। ਤਾਂ ਇਸ ਤੋਂ ਪਹਿਲਾਂ ਜਿਹੜਾ ਕਿ ਆਪਾਂ ਬੁੱਧ ਧਰਮ ਦੇ ਬਾਰੇ ਡਿਸਕਸ ਕੀਤਾ ਸੀ। ਤਾਂ ਟੌਪਿਕ ਸਟਾਰਟ ਕਰਨ ਤੋਂ ਪਹਿਲਾਂ ਹੁਣ ਤੱਕ ਦੇ ਜਿੰਨੇ ਵੀ ਪੁਰਾਣੇ ਸਟੂਡੈਂਟ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਔਰ ਜਿਹੜੇ ਨਿਊ ਸਟੂਡੈਂਟਸ ਵੀਡੀਓ ਵਾਚ ਕਰ ਰਹੇ ਹੋ ਉਹ ਵੀ ਪਲੀਜ਼ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਦੇ ਰਿਲੇਟਡ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਤੇ ਮਿਲਦਾ ਰਹੇ। ਤਾਂ ਡਿਸਕਸ ਕਰਾਂਗੇ ਜੀ ਅੱਜ ਮੌਰੀਆ ਕਾਲ ਦੇ ਬਾਰੇ। ਚੰਦਰਗੁਪਤ ਮੌਰੀਆ ਦੇ ਕਾਲ ਦੇ ਵਿੱਚ ਕੀ ਕੁਛ ਰਿਹਾ ਹੈਗਾ ਤੇ ਉਹਦੇ ਕੁਝ ਇੰਪੋਰਟੈਂਟ ਪੁਆਇੰਟ ਡਿਸਕਸ ਕਰਾਂਗੇ ਜਿਹਦੇ ਤੋਂ ਜਿਹੜੇ ਕਿ ਅਕਸਰ ਕੁਐਸਚਨ ਬਣ ਕੇ ਆਉਂਦੇ ਐਗਜ਼ਾਮ 'ਚ। ਤਾਂ ਚਲਿਏ ਡਿਸਕਸ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਫੇਮਸ ਜੇਕਰ ਆਪਾਂ ਕਹੀਏ ਕਿ ਪਹਿਲੀ ਘਟਨਾ ਜਿਹੜੀ ਕੀ ਵਾਪਰੀ ਉਸ ਤੋਂ ਬਾਅਦ ਜਿਹੜਾ ਚੰਦਰਗੁਪਤ ਮੌਰੀਆ ਜਿਹੜਾ ਕੀ ਆ ਹੋਂਦ ਵਿੱਚ ਆਏ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪ੍ਰਮੁੱਖ ਸੀ ਜੀ ਕਿ 326 ਈਸਵੀ ਦੇ ਵਿੱਚ ਜਦੋਂ ਸਿਕੰਦਰ ਨੇ, ਠੀਕ ਹੈ, ਜਿਹੜਾ ਉਹਦਾ ਇੱਕ ਮੈਕਦੂਨੀਆ ਦਾ ਇੱਕ ਮਹਾਨ ਯੂਨਾਨੀ ਜੇਤੂ ਸੀ, ਠੀਕ ਹੈ, ਉਸਨੂੰ ਭਾਰਤ ਤੇ ਹਮਲਾ ਕਰਨ ਲਈ ਜਿਹੜਾ ਕੀ ਕਿਹਾ। ਤਾਂ ਇਹ ਇੰਪੋਰਟੈਂਟ ਆ ਕਿ ਮੈਕਦੂਨੀਆ ਕੀ ਸੀ, ਠੀਕ ਹੈ। ਨਾਲ ਨਾਲ ਆਪਾਂ ਜਿਹੜੇ ਕੀ ਆ ਇੰਪੋਰਟੈਂਟ ਜਿਹੜੇ ਕੀ ਚੀਜ਼ਾਂ ਵੀ ਤੁਹਾਡੇ ਨਾਲ ਮੈਂ ਡਿਸਕਸ ਕਰਦੀ ਰਹੂੰਗੀ ਕਿ ਜਿਹੜੇ ਪੁਆਇੰਟਸ ਹੈਗੇ ਆ ਉਹ ਅੰਡਰਲਾਈਨ ਕਰਦੀ ਰਹੂੰਗੀ ਕਿ ਇਹਦੇ 'ਚ ਤੁਹਾਨੂੰ ਜਿਹੜਾ ਕੀ ਆਈਡੀਆ ਹੋ ਜਾਊਗਾ ਵੀ ਇੱਥੋਂ ਕੁਐਸਚਨ ਜਿਹੜੇ ਕਿ ਐਗਜ਼ਾਮ ਦੇ ਵਿੱਚ ਬਣਦੇ ਹੈਗੇ ਆ। ਤਾਂ ਕਿੱਥੋਂ ਦਾ ਸੀਗਾ ਉਹ ਮਹਾਨ ਜਿਹੜਾ ਕੀ ਆ ਯੂਨਾਨੀ ਜੇਤੂ ਸੀ, ਉਸਨੇ ਭਾਰਤ ਤੇ ਜਿਹੜਾ ਕੀ ਆ ਹਮਲਾ ਕੀਤਾ ਸੀ। ਇਹ ਡੇਟ ਬਹੁਤ ਇੰਪੋਰਟੈਂਟ ਹੈ, ਕਈ ਵਾਰ ਕੁਐਸਚਨ 'ਚ ਪੁੱਛ ਲਿਆ ਜਾਂਦਾ। 326 ਕਿਹਨੇ? ਸਿਕੰਦਰ ਨੇ, ਠੀਕ ਹੈ। ਤਾਂ ਪਹਿਲਾਂ ਉਸਨੇ ਕਿਹਦੇ ਤੇ ਕਿਸ ਨੂੰ ਹਰਾਇਆ? ਤਕਸ਼ੀਲਾ ਦੇ ਵਿੱਚ ਰਾਜਾ ਅੰਬੀ ਨੂੰ ਜਿਹੜਾ ਕੀ ਹਰਾਇਆ ਸੀ। ਉਸ ਤੋਂ ਬਾਅਦ ਇੱਕ ਹੋਰ ਪ੍ਰਸਿੱਧ ਰਾਜਾ ਰਹੇ ਸੀ, ਕੀ ਨਾਮ ਸੀ? ਪੋਰਸ, ਠੀਕ ਹੈ। ਤਾਂ ਇਹ ਪਹਿਲਾ ਰਾਜਾ ਸੀ ਜਿਸਨੇ ਸਿਕੰਦਰ ਨਾਲ ਡਟ ਕੇ ਮੁਕਾਬਲਾ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਕਿ ਸਿਕੰਦਰ ਨੂੰ ਇਸਨੇ ਹਰਾ ਦਿੱਤਾ ਸੀ। ਤਾਂ ਅਸੀਂ ਕਹਿ ਸਕਦੇ ਕਿ ਇੱਕ ਹੋਰ ਪ੍ਰਸਿੱਧ ਰਾਜਾ ਸੀ ਉਸ ਟਾਈਮ ਦੇ ਵਿੱਚ। ਜੇਕਰ ਆਪਾਂ ਨੈਕਸਟ ਅੱਗੇ ਗੱਲ ਕਰੀਏ ਚੰਦਰਗੁਪਤ ਮੌਰੀਆ ਦੇ ਟਾਈਮ ਦੇ ਵਿੱਚ, ਤਾਂ ਚੰਦਰਗੁਪਤ ਮੌਰੀਆ ਨੇ ਨੰਦ ਵੰਸ਼ ਰਾਜ ਨੂੰ ਖਤਮ ਕਰਕੇ ਚੰਦਰਗੁਪਤ ਮੌਰੀਆ ਦੀ ਸਥਾਪਨਾ ਕੀਤੀ, ਠੀਕ ਹੈ। ਵੰਸ਼ ਉਹਨੂੰ ਕਹਿੰਦੇ ਆ ਜਦੋਂ ਇੱਕੋ ਪਰਿਵਾਰ ਦੇ ਮੈਂਬਰ ਜਿਹੜੇ ਕੀ ਆ ਪੀੜ੍ਹੀ ਦਰ ਪੀੜ੍ਹੀ ਰਾਜਾ ਬਣਦੇ ਆ ਤਾਂ ਉਹਨਾਂ ਨੂੰ ਜਿਹੜਾ ਕੀ ਆ ਵੰਸ਼ ਕਿਹਾ ਜਾਂਦਾ, ਕਿਉਂਕਿ ਇੱਕ ਵਰਡ ਦਾ ਜਿਹੜਾ ਕੀ ਆ ਮੀਨਿੰਗ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਉਹ ਵੀ ਆਪਾਂ ਨੂੰ ਵਰਡਸ ਦੇ ਮੀਨਿੰਗ ਕਲੀਅਰ ਹੋਣਗੇ ਤਾਂ ਸਾਨੂੰ ਈਜ਼ੀਲੀ ਜਿਹੜੇ ਕਿ ਸਮਝ ਆ ਜੂਗੇ। ਤਾਂ ਇਸ ਲਈ ਇਸ ਨੂੰ ਚੰਦਰਗੁਪਤ ਮੌਰੀਆ ਸਮਰਾਜ, ਠੀਕ ਹੈ, ਤੇ ਅਸੀਂ ਇਸ ਨੂੰ ਚੰਦਰਗੁਪਤ ਮੌਰੀਆ ਵੰਸ਼ ਦੇ ਨਾਮ ਨਾਲ ਵੀ ਜਿਹੜਾ ਕੀ ਆ ਜਾਣਦੇ ਹੈਗੇ ਆ। ਤਾਂ ਹੁਣ ਚੰਦਰਗੁਪਤ ਮੌਰੀਆ ਬਾਰੇ ਡਿਸਕਸ ਕਰਦੇ ਹਾਂ। ਮੌਰੀਆ ਵੰਸ਼ ਦਾ ਇਹ ਸੰਸਥਾਪਕ ਸੀ, ਠੀਕ ਹੈ, ਚੰਦਰਗੁਪਤ ਮੌਰੀਆ। ਤਾਂ ਉਸਨੇ ਆਪਣੇ ਗੁਰੂ ਮੋਸਟ ਇੰਪੋਰਟੈਂਟ ਕਿਹਦੀ ਹੈਲਪ ਦੇ ਨਾਲ? ਚਨਕਿਆ, ਜਿਹਨੂੰ ਕੌਟਲਿਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਸ ਦੀ ਮਦਦ ਦੇ ਨਾਲ ਕਦੋਂ? 321 BC। ਇਹ ਡੇਟ ਇੰਪੋਰਟੈਂਟ ਹੈਗੀ ਆ। ਲਗਭਗ ਨੰਦ ਵੰਸ਼ ਨੂੰ ਖਤਮ ਕਰਕੇ ਜਿਹੜਾ ਕੀ ਆ ਮੌਰੀਆ ਵੰਸ਼ ਦੀ ਸਥਾਪਨਾ ਕੀਤੀ। ਤਾਂ ਇਹ ਇੰਪੋਰਟੈਂਟ ਆ। ਨੈਕਸਟ ਜੇਕਰ ਆਪਾਂ ਗੱਲ ਕਰੀਏ ਜਿਹਦੇ ਵਿੱਚ ਮੈਂ ਚਨਕਿਆ ਦੇ ਬਾਰੇ ਤੁਹਾਨੂੰ ਦੱਸਿਆ ਹੈ ਨਾ ਕਿ ਉਸਨੇ ਨੰਦ ਵੰਸ਼ ਨੂੰ ਖਤਮ ਕਰਕੇ 321 BC ਦੇ ਵਿੱਚ ਜਿਹੜਾ ਕੀ ਆ ਲਗਭਗ ਇਹਦੀ ਸਥਾਪਨਾ ਕੀਤੀ। ਤਾਂ ਨੈਕਸਟ ਇਹਦੇ ਵਿੱਚ ਹੈਗਾ ਕਿ ਕੌਟਲਿਆ ਤੇ ਚਨਕਿਆ ਹੀ ਉਸਦਾ ਜਿਹੜਾ ਕੀ ਆ ਪ੍ਰਧਾਨ ਮੰਤਰੀ ਬਣ ਕੇ ਰਹਿੰਦਾ ਸੀ, ਠੀਕ ਹੈ। ਇਹ ਇੱਕ ਹਿਸਾਬ ਦਾ ਮਤਲਬ ਉਹਦਾ ਗੁਰੂ ਵੀ ਸੀ ਤੇ ਚੰਦਰਗੁਪਤ ਮੌਰੀਆ ਰਾਜ ਦੇ ਵਿੱਚ ਜਿਹੜਾ ਕੀ ਆ ਵਿਸਥਾਰ ਕੀਤਾ। ਰਾਜ ਦਾ ਜਿਹੜਾ ਕੀ ਆ ਸ਼ਾਸਨ ਕਿਸ ਤਰੀਕੇ ਨਾਲ ਚਲਾਉਣਾ ਹੈਗਾ ਹਰੇਕ ਸਲਾਹ ਜਿਹੜੀ ਕਿ ਆਪਣੇ ਗੁਰੂ ਤੋਂ ਲੈਂਦਾ ਸੀ। ਤਾਂ ਇੱਕ ਇਸ ਨੂੰ ਪ੍ਰਧਾਨ ਮੰਤਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਜਿਵੇਂ ਪ੍ਰਧਾਨ ਮੰਤਰੀ ਪੂਰੇ ਇੰਡੀਆ ਨੂੰ ਚਲਾਉਣ ਲਈ ਹੈ ਨਾ, ਮਤਲਬ ਪੂਰਾ ਜਿਹੜਾ ਕਿ ਧਿਆਨ ਰੱਖਦਾ ਹੈਗਾ। ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਕਿ ਚੰਦਰਗੁਪਤ ਮੌਰੀਆ ਦੇ ਟਾਈਮ ਦੇ ਵਿੱਚ ਚਨਕਿਆ ਜਾਂ ਕੌਟਲਿਆ ਨਾਮ ਦਾ ਜਿਹੜੇ ਰਹੇ ਹੈਗੇ ਆ ਤਾਂ ਉਸਨੂੰ ਪ੍ਰਧਾਨ ਮੰਤਰੀ ਦਾ ਵਾਂਗੂ ਦਰਜਾ ਜਿਹੜਾ ਦਿੱਤਾ ਗਿਆ ਸੀ। ਤੇ ਉਸਦੇ ਰਾਜ ਦਾ ਵਿਸਥਾਰ ਜਿਹੜਾ ਚੰਦਰਗੁਪਤ ਮੌਰੀਆ ਦਾ ਕਿੱਥੋਂ ਤੱਕ ਸੀਗਾ? ਹਿੰਦੂ ਕੁਸ਼ ਪਰਬਤ ਤੱਕ ਜਿਹੜਾ ਕੀ ਆ ਸੀ। ਤਾਂ ਇਹ ਇੰਪੋਰਟੈਂਟ ਆ। ਉਸ ਤੋਂ ਬਾਅਦ ਆਪਾਂ ਨੈਕਸਟ ਗੱਲ ਕਰਦੇ ਹਾਂ ਜਿਹਦੇ ਵਿੱਚ ਮੋਸਟ ਇੰਪੋਰਟੈਂਟ ਮੈਕਸਥਨੀਜ਼, ਠੀਕ ਹੈ। ਇਹ ਕੁਐਸਚਨ ਕਈ ਵਾਰ ਜਿਹੜਾ ਐਗਜ਼ਾਮ ਦੇ ਵਿੱਚ ਆ ਚੁੱਕਿਆ ਹੈਗਾ, ਤਾਂ ਇਹ ਇੰਪੋਰਟੈਂਟ ਹੈਗੇ ਆ। ਤੇ ਇਹ ਵਾਲੇ ਕੁਐਸਚਨ ਜਿਹੜੇ ਕੀ ਆ ਜ਼ਿਆਦਾਤਰ ਜਿਵੇਂ CTET PSTET ਦੇ ਵਿੱਚ ਵੀ ਬਾਰ-ਬਾਰ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਹੈਗਾ। ਤਾਂ ਇਹ ਕੌਣ ਸੀ? ਇਹ ਸਿਲੈਕਸੂ ਦਾ ਜਿਹੜਾ ਕਿ ਰਾਜਦੂਤ ਸੀ। ਜਦੋਂ ਚੰਦਰਗੁਪਤ ਮੌਰੀਆ ਨੇ ਸਿਲੈਕਸੂ ਨਿਕੇਟਰ ਨੂੰ ਹਰਾਇਆ ਸੀ ਤਾਂ ਉਹਦੇ ਰਾਜ ਦੇ ਵਿੱਚ ਇੱਕ ਰਾਜਦੂਤ ਉਹਦੇ ਦਰਬਾਰ ਦੇ ਵਿੱਚ ਆਇਆ ਸੀ, ਠੀਕ ਹੈ। ਤਾਂ ਇਹ ਚੰਦਰਗੁਪਤ ਦੇ ਦਰਬਾਰ ਵਿੱਚ ਜਿਹੜਾ ਕੀ ਰਹਿੰਦਾ ਸੀ। ਇਸਨੇ ਇੱਕ ਬੁੱਕ ਲਿਖੀ ਮੋਸਟ ਇੰਪੋਰਟੈਂਟ, ਕੀ ਸੀ? ਇੰਡਿਕਾ, ਠੀਕ ਹੈ, ਜਿਹਦੇ ਵਿੱਚ ਇਸਨੇ ਚੰਦਰਗੁਪਤ ਮੌਰੀਆ ਦੇ ਬਾਰੇ ਸਮਾਜਿਕ, ਆਰਥਿਕ, ਪ੍ਰਸ਼ਾਸਨਿਕ ਬਾਰੇ ਜਿਹੜੀ ਕਿ ਜਾਣਕਾਰੀ ਦਿੱਤੀ।
ਤਾਂ ਇਹ ਪੁਸਤਕ ਉਸਨੇ ਲਿਖੀ ਸੀ, ਇਹ ਇੰਪੋਰਟੈਂਟ ਹੈਗੀ ਆ। ਇਸ ਪੁਸਤਕ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਸਨੇ ਚੰਦਰਗੁਪਤ ਮੌਰੀਆ ਦੇ ਪ੍ਰਸ਼ਾਸਨਿਕ ਕਾਲ ਦੇ ਬਾਰੇ ਦੱਸਿਆ ਹੈ ਨਾ, ਕਿ ਸਮਾਜਿਕ ਆਰਥਿਕ ਕਿਵੇਂ ਸੀ, ਲੋਕ ਉਸਦੇ ਸ਼ਾਸਨ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਸੀਗੇ। ਤਾਂ ਇਹਦੇ ਵਿੱਚ ਉਸਨੇ ਬੁੱਕ ਦੇ ਵਿੱਚ ਲਿਖਿਆ ਕਿ ਜਦੋਂ ਰਾਜਾ ਦੀ ਸ਼ੋਭਾ ਯਾਤਰਾ ਨਿਕਲਦੀ ਸੀ ਤਾਂ ਉਸਨੂੰ ਸੋਨੇ ਦੀ ਪਾਲਕੀ ਵਿੱਚ ਬਿਠਾਇਆ ਜਾਂਦਾ ਸੀ ਲੋਕਾਂ ਦੇ ਸਾਹਮਣੇ। ਉਹ ਸੋਨੇ ਦੀ ਪਾਲਕੀ ਵਿੱਚ ਬੈਠ ਕੇ ਆਉਂਦਾ ਸੀ। ਰਾਜੇ ਦੇ ਆਸੇ-ਪਾਸੇ ਜਿਹੜੇ ਲੋਕ ਹੁੰਦੇ ਸੀਗੇ, ਸੈਨਿਕ ਬਹੁਤ ਵੱਡੀ ਮਾਤਰਾ ਦੇ ਵਿੱਚ ਸੀ, ਠੀਕ ਹੈ, ਤੇ ਹਥਿਆਰ ਨਾਲ ਸੋਨਾ ਚਾਂਦੀ ਨਾਲ ਜਿਹੜੇ ਕਿ ਲੈਸ ਹੁੰਦੇ ਸੀ। ਤੇ ਕਈ ਉਹਦੇ ਵਿੱਚ ਇਹੋ ਜਿਹੇ ਜਿਹੜੇ ਕੀ ਆ ਸੈਨਿਕ ਸੀਗੇ ਜਿਹੜੇ ਕਿ ਦਰਖਤਾਂ ਨੂੰ ਲੈ ਕੇ ਚੱਲਦੇ ਸੀ, ਤੇ ਦਰਖਤ ਦੇ ਉੱਪਰ ਜਿਹੜੇ ਕਿ ਤੋਤਿਆਂ ਦੇ ਝੁੰਡ ਹੁੰਦੇ ਸੀ। ਤੇ ਔਰਤਾਂ ਵੀ ਇਸ ਦੀ ਸੈਨਾ ਦੇ ਵਿੱਚ ਸ਼ਾਮਿਲ ਸੀ, ਉਹ ਵੀ ਜਿਹੜੀਆਂ ਕਿ ਹਥਿਆਰ ਨਾਲ ਲੈਸ ਰਹਿੰਦੀਆਂ ਸੀਗੀਆਂ। ਤੇ ਜਦੋਂ ਰਾਜੇ ਨੇ ਖਾਣਾ ਖਾਣਾ ਹੁੰਦਾ ਸੀ ਤਾਂ ਉਸਦੇ ਖਾਣਾ ਖਾਣ ਤੋਂ ਪਹਿਲਾਂ ਜਿਹੜਾ ਕਿ ਖਾਸ ਨੌਕਰ ਖਾਣਾ ਖਾਂਦੇ ਹੁੰਦੇ ਸੀ। ਤਾਂ ਇਸ ਤਰੀਕੇ ਨਾਲ ਇਹੋ ਜਿਹੀਆਂ ਕਾਫੀ ਸਾਰੀਆਂ ਗੱਲਾਂ ਉਸਨੇ ਜਿਹੜਾ ਕੀ ਆ ਇਸ ਇੰਡੀਕਾ ਪੁਸਤਕ ਦੇ ਵਿੱਚ ਲਿਖਿਆ, ਜਿਹਦੇ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਚੰਦਰਗੁਪਤ ਮੌਰੀਆ ਦੇ ਟਾਈਮ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਕਿ ਸ਼ਾਸਨ ਰਿਹਾ, ਲੋਕ ਕਾਫੀ ਹੱਦ ਤੱਕ ਖੁਸ਼ ਸੀ, ਠੀਕ ਹੈ। ਉਸਨੇ ਆਪਣੇ ਪ੍ਰਸ਼ਾਸਨ ਨੂੰ ਚਲਾਉਣ ਲਈ ਮਤਲਬ ਕਾਫੀ ਸੈਨਿਕ ਸੀ, 8 ਲੱਖ ਦੇ ਤਕਰੀਬਨ ਜਿਹੜੇ ਕਿ ਇਹ ਸੈਨਿਕ ਹੁੰਦੇ ਸੀਗੇ, ਤੇ ਉਸ ਕੋਲ ਕਾਫੀ ਮਾਤਰਾ ਵਿੱਚ ਜਿਹੜੀ ਕਿ ਇਹ ਸੈਨਾ ਵੀ ਸੀਗੀ। ਤਾਂ ਅਸੀਂ ਕਹਿ ਸਕਦੇ ਹੈਗੇ ਆ ਕਿ ਮੌਰੀਆ ਵੰਸ਼ ਜਿਹੜਾ ਕਿ ਹੈ ਕਾਫੀ ਭਾਰਤ ਦੇ ਕਾਫੀ ਇਲਾਕੇ ਤੱਕ ਜਿਹੜਾ ਕਿ ਇਹ ਸਪਰੈਡ ਸੀਗਾ, ਤੇ ਕਾਫੀ ਵੱਡਾ ਜਿਹੜਾ ਸਮਰਾਜ ਮੰਨਿਆ ਜਾਂਦਾ ਹੈਗਾ। ਇਸ ਕਰਕੇ ਹਿਸਟਰੀ ਦੇ ਵਿੱਚ ਇਸ ਨੂੰ ਫਸਟ ਇੰਪਾਇਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ, ਕਿਉਂਕਿ ਇਸ ਟਾਈਮ ਦੇ ਵਿੱਚ ਉਸਨੇ ਜਿਹੜਾ ਪ੍ਰਸ਼ਾਸਨ ਚਲਾਇਆ ਸੀਗਾ ਉਹਦੇ ਵਿੱਚ ਉਸਨੇ ਪ੍ਰਧਾਨ ਮੰਤਰੀ, ਸੈਨਾਪਤੀ ਵਰਗੇ ਕਾਫੀ ਸਾਰੇ ਜਿਹੜੇ ਕੀ ਆ ਲੋਕਾਂ ਨੂੰ ਅਹੁਦੇ ਦਿੱਤੇ ਹੋਏ ਸੀ, ਜਿਹਦੇ ਨਾਲ ਉਹ ਪੂਰਾ ਪ੍ਰਸ਼ਾਸਨ ਦੇ ਉੱਪਰ ਜਿਹੜੀ ਕੀ ਹੈ ਨਿਗਰਾਨੀ ਰੱਖਦਾ ਹੁੰਦਾ ਸੀ, ਜਿਹਦੇ ਬਾਰੇ ਆਪਾਂ ਨੈਕਸਟ ਅੱਗੇ ਡਿਸਕਸ ਕਰਾਂਗੇ। ਉਸ ਤੋਂ ਬਾਅਦ ਹੈਗਾ ਜੀ ਕਿ ਚੰਦਰਗੁਪਤ ਮੌਰੀਆ ਨੇ ਸਿਕੰਦਰ ਦੁਆਰਾ ਉੱਤਰ ਪੱਛਮ ਚ ਨਿਯੁਕਤ ਜਨਰਲ ਸਿਲੈਕਸ਼ਨਕੇਟਰ, ਠੀਕ ਹੈ, ਇਹ ਜਿਹੜਾ ਕੀ ਆ ਸਿਕੰਦਰ ਦਾ ਜਨਰਲ ਸਿਲੈਕਸ਼ਨਕੇਟਰ ਰਿਹਾ 305 BC ਚ, ਠੀਕ ਹੈ। ਕੀ ਕੀਤਾ 305 BC ਵਿੱਚ ਉਸਨੂੰ ਜਿਹੜਾ ਕਿ ਹਰਾਇਆ ਸੀ, ਜਿਹੜਾ ਕਿ ਸਿਕੰਦਰ ਦਾ ਜਨਰਲ ਸਿਲੈਕਸ਼ਨਕੇਟਰ ਸੀ। ਤਾਂ ਜਦੋਂ ਉਸਨੇ ਜਨਰਲ ਸਿਲੈਕਸ਼ਨਕੇਟਰ ਨੂੰ ਹਰਾਇਆ ਸੀ ਤਾਂ ਉਸ ਤੋਂ ਬਾਅਦ ਉਸਨੇ ਉਸ ਨਾਲ 2 ਸੰਧੀਆਂ ਕੀਤੀਆਂ ਸੀ, ਜਿਹਦੇ ਵਿੱਚ ਉਸਨੇ ਸਿਲੈਕਸ਼ਨਕੇਟਰ ਨੂੰ ਸਭ ਤੋਂ ਪਹਿਲਾਂ 500 ਹਾਥੀ ਜਿਹੜੇ ਕਿ ਦਾਨ ਵਿੱਚ ਕੀਤੇ। ਤਾਂ ਉਸ ਦਾਨ ਦੇ ਬਦਲੇ ਉਸਨੇ ਸਿਲੈਕਸ਼ਨਕੇਟਰ ਤੋਂ ਕੀ ਮੰਗਿਆ, ਉਹ ਮੰਗੇ ਸੀ ਜੀ ਕਾਬਲ, ਕੰਧਾਰ ਤੇ ਅਫਗਾਨਿਸਤਾਨ ਦੇ ਖੇਤਰ ਜਿਹੜੇ ਕੀ ਆ ਪ੍ਰਾਪਤ ਕੀਤੇ। ਉਸ ਤੋਂ ਬਾਅਦ ਜੇਕਰ ਸੈਕਿੰਡ ਸੰਧੀ ਦੇ ਬਾਰੇ ਗੱਲ ਕਰੀਏ ਤਾਂ ਸੈਕਿੰਡ ਸੰਧੀ ਸੀ ਕਿ ਸਿਲੈਕਸ਼ਨਕੇਟਰ ਦੀ ਜਿਹੜੀ ਪੁੱਤਰੀ ਸੀਗੀ ਹਲੀਨਾ ਨਾਲ ਜਿਹੜਾ ਕਿ ਉਸਨੇ ਵਿਆਹ ਕਰਵਾਇਆ ਸੀ। ਤਾਂ ਇਸ ਘਟਨਾ ਨੂੰ ਜਿਹੜਾ ਕਿ ਬਹੁਤ ਹੀ ਪ੍ਰਮੁੱਖ ਮੰਨਿਆ ਜਾਂਦਾ। ਇਸ ਤੋਂ ਬਾਅਦ ਉਸਨੇ ਕਾਫੀ ਸਾਰੀਆਂ ਮੈਰਿਜ ਕਰਨ ਤੋਂ ਬਾਅਦ ਜਿਹੜਾ ਕਿ ਕਾਫੀ ਸਾਰੀਆਂ ਭਾਰਤ ਦੇ ਹੋਰਾਂ ਖੇਤਰਾਂ ਦੇ ਉੱਪਰ ਕਬਜ਼ਾ ਕੀਤਾ। ਮੌਰੀਆ ਵੰਸ਼ ਕਾਫੀ ਲੰਬੇ ਸਮੇਂ ਤੱਕ ਜਿਹੜਾ ਕਿ ਸਪਰੈਡ ਰਿਹਾ, ਲੰਬੇ ਸਮੇਂ ਤੱਕ ਉਸਨੇ ਸ਼ਾਸਨ ਕੀਤਾ। ਤਾਂ ਹੁਣ ਆਪਾਂ ਇਹਦੇ ਵਿੱਚ ਡਿਸਕਸ ਕੀਤਾ ਜੀ ਕਿ ਕਿਸ ਤਰ੍ਹਾਂ ਮੌਰੀਆ ਸਾਮਰਾਜ ਦੀ ਜਿਹੜੀ ਕਿ ਨੀਂਹ ਹੋਈ ਹੈ ਨਾ, ਕਿਸ ਦੀ ਮਦਦ ਨਾਲ ਉਸਨੇ ਜਿਹੜਾ ਕਿ ਪੂਰੇ ਸਾਮਰਾਜ ਨੂੰ ਆਪਣੇ ਹਿੱਸੇ ਵਿੱਚ ਲਿਆ ਤੇ ਕਿਵੇਂ ਉਹ ਜਿਹੜਾ ਕਿ ਸਪਰੈਡ ਹੋਇਆ। ਹੁਣ ਨੈਕਸਟ ਆਪਾਂ ਇਹਦੇ ਵਿੱਚ ਇਹ ਡਿਸਕਸ ਕਰਾਂਗੇ ਕਿ ਚੰਦਰਗੁਪਤ ਮੌਰੀਆ ਦਾ ਜਿਹੜਾ ਕਿ ਧਰਮ ਕੀ ਰਿਹਾ ਹੈਗਾ, ਆਖਰੀ ਦਿਨ ਉਹਨਾਂ ਨੇ ਕਿੱਥੇ ਬਿਤਾਏ। ਉਸ ਤੋਂ ਬਾਅਦ ਨੈਕਸਟ ਜਦੋਂ ਇਸ ਮੌਰੀਆ ਵੰਸ਼ ਦੀ ਖਾਤਮਾ ਹੋਇਆ ਤਾਂ ਉਸ ਤੋਂ ਬਾਅਦ ਆਇਆ ਜੀ ਬਿੰਦੂਸਾਰ। ਬਿੰਦੂਸਾਰ ਦੇ ਸਾਮਰਾਜ ਦੇ ਵਿੱਚ ਕਿਸ ਤਰੀਕੇ ਨਾਲ ਉਸਨੇ ਸ਼ਾਸਨ ਕੀਤਾ, ਤੇ ਉਸ ਤੋਂ ਬਾਅਦ ਆਪਾਂ ਅਸ਼ੋਕ ਦੇ ਬਾਰੇ ਡਿਸਕਸ ਕਰਾਂਗੇ। ਤਾਂ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ। ਨੈਕਸਟ ਹੈ ਚਾਣਕਿਆ ਕੌਟਲਿਆ ਨੇ ਅਰਥ ਸ਼ਾਸਤਰ ਬੁੱਕ ਜਿਹੜੀ ਕਿ ਲਿਖੀ। ਮੋਸਟ ਇੰਪੋਰਟੈਂਟ ਇਹ ਵੀ ਕੁਐਸਚਨ ਜਿਹੜੇ ਕੀ ਆ ਕਾਫੀ ਸਾਰੇ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਕਿ ਅਰਥ ਸ਼ਾਸਤਰ ਜਿਹੜੀ ਬੁੱਕ ਆ ਉਹ ਕਿਸ ਨੇ ਲਿਖੀ। ਤਾਂ ਉਹ ਲਿਖੀ ਸੀ ਚਾਣਕਿਆ ਤੇ ਕੌਟਲਿਆ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਸੀ। ਇਹਦੇ ਵਿੱਚ ਕੀ ਦਿੱਤਾ ਗਿਆ ਸੀ, ਰਾਜਨੀਤੀ ਦੇ ਬਾਰੇ ਵਿੱਚ ਦੱਸਿਆ ਗਿਆ ਸੀ। ਤੇ ਇਹਦੀ ਜਿਹੜੀ ਕਿ ਹਮੇਸ਼ਾ ਜਿੰਨੀਆਂ ਵੀ ਬੁੱਕਸ ਹੁੰਦੀਆਂ ਉਹਨਾਂ ਦੀ ਲੈਂਗੁਏਜ ਜ਼ਰੂਰ ਪੁੱਛੀ ਜਾਂਦੀ ਆ। ਤਾਂ ਇਹਦੇ ਵਿੱਚ ਜੇਕਰ ਇੰਪੋਰਟੈਂਟ ਹੈ ਤਾਂ ਇਹ ਸੰਸਕ੍ਰਿਤੀ ਭਾਸ਼ਾ ਦੇ ਵਿੱਚ ਜਿਹੜੀ ਕੀ ਬੁੱਕ ਲਿਖੀ ਗਈ ਸੀ, ਜਿਹਦੇ ਵਿੱਚ ਚੰਦਰਗੁਪਤ ਮੌਰੀਆ ਦੇ ਜਿਹੜੀ ਕਿ ਰਾਜਨੀਤਿਕ ਦੇ ਬਾਰੇ ਦੱਸਿਆ ਗਿਆ ਸੀ। ਨੈਕਸਟ ਹੈ ਚੰਦਰਗੁਪਤ ਨੇ ਜੈਨੀ ਭੱਦਰਬਾਹੂ, ਜਿਹਦੇ ਵਿੱਚ ਆਪਾਂ ਜੈਨ ਧਰਮ ਦੇ ਵਿੱਚ ਜਦੋਂ ਆਪਾਂ ਦੇਖੇ ਸੀ 2 ਸੰਪਰਦਾਇ ਹੋਏ ਸੀ। ਜਦੋਂ ਜੈਨ ਧਰਮ ਜਾਨੀ ਕਿ ਮਹਾਵੀਰ ਜੈਨ ਦੀ ਜਦੋਂ ਡੈਥ ਹੋਈ ਸੀ ਤਾਂ 2 ਸੰਪਰਦਾਇ ਜਿਹੜੇ ਸਾਹਮਣੇ ਆਏ ਸੀ। ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸੀ ਭੱਦਰਬਾਹੂ ਵਾਲਾ, ਤਾਂ ਉਹਦੇ ਤੋਂ ਜਿਹੜਾ ਕਿ ਇਸਨੇ ਕੀ ਕੀਤਾ, ਜੈਨ ਧਰਮ ਦੀ ਦੀਕਸ਼ਾ ਲਈ। ਤਾਂ ਇੱਥੋਂ ਪਤਾ ਲੱਗਦਾ ਹੈਗਾ ਕਿ ਚੰਦਰਗੁਪਤ ਮੌਰੀਆ ਜਿਹੜੇ ਕੀ ਆ ਉਹ ਜੈਨ ਧਰਮ ਨੂੰ ਮੰਨਦੇ ਸੀ। ਤਾਂ ਇਹਦੇ ਵਿੱਚ ਇਹ ਇੰਪੋਰਟੈਂਟ ਆ ਕਿ ਭੱਦਰਬਾਹੂ ਤੋਂ ਜਿਹੜਾ ਕਿ ਉਹਨਾਂ ਨੇ ਦੀਕਸ਼ਾ ਜਾਨੀ ਕਿ ਗਿਆਨ ਲਿੱਤਾ। ਤੇ ਆਖਰੀ ਸਮਾਂ ਕਿੱਥੇ ਬਿਤਾਇਆ, ਜਦੋਂ ਉਹਨਾਂ ਦੀ ਡੈਥ ਹੋਣ ਵਾਲੀ ਸੀ ਤਾਂ ਕਰਨਾਟਕ ਦੇ
ਇਹ ਵੀ ਇੰਪੋਰਟੈਂਟ ਆ। ਸਵਰਨ ਬੇਲਗੋਲਾ ਦੇ ਸਥਾਨ ਦੇ ਉੱਪਰ ਜਿਹੜਾ ਕਿ ਉਹਨਾਂ ਨੇ ਆਖਰੀ ਸਮਾਂ ਬਿਤਾਇਆ ਸੀ। ਉਸ ਤੋਂ ਬਾਅਦ ਚੰਦਰਗੁਪਤ ਮੌਰੀਆ ਦਾ ਜਦੋਂ ਵੰਸ਼ ਦਾ ਜਿਹੜਾ ਕੀ ਆ ਖਤਮ ਹੋਇਆ ਤਾਂ ਉਸ ਤੋਂ ਬਾਅਦ ਆਏ ਜੀ ਬਿੰਦੂਸਾਰ। ਠੀਕ ਹੈ, ਤਾਂ ਬਿੰਦੂਸਾਰ ਦਾ ਜਿਹੜਾ ਕੀ ਸ਼ਾਸਨ ਕਾਲ ਕਦੋਂ ਤੋਂ ਰਿਹਾ 298 BC ਤੇ 273 BC ਦੇ ਟਾਈਮ ਤੱਕ ਰਿਹਾ ਹੈ। ਕਈ ਵਾਰ ਜਿਹੜੇ ਕੀ ਹੈ ਇਹ ਟਾਈਮ ਵੀ ਜਿਹੜੇ ਕਿ ਪੁੱਛੇ ਜਾਂਦੇ ਆ, ਤਾਂ ਇਸ ਲਈ ਇਹ ਇੰਪੋਰਟੈਂਟ ਆ। ਇਹ ਚੰਦਰਗੁਪਤ ਤੋਂ ਬਾਅਦ ਜਿਹੜਾ ਕੀ ਆ ਸ਼ਾਸਕ ਬਣਿਆ। ਠੀਕ ਹੈ, ਇਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਉਹ ਸੀ ਜੀ ਅੰਮ੍ਰਿਤ ਘਾਤ। ਠੀਕ ਆ, ਮੋਸਟ ਇੰਪੋਰਟੈਂਟ। ਕਈ ਵਾਰ ਕੁਐਸਚਨ ਡਾਇਰੈਕਟ ਐਵੇਂ ਪੁੱਛ ਲਿਆ ਜਾਂਦਾ ਹੈ ਕਿ ਅੰਮ੍ਰਿਤ ਘਾਤ ਜਿਹੜਾ ਕੀ ਹੈ ਕਿਸ ਨੂੰ ਕਿਹਾ ਜਾਂਦਾ ਸੀ, ਜਾਂ ਦੁਸ਼ਮਣ ਵਿਨਾਸ਼ਕ ਕਿਹਨੂੰ, ਕਿਹੜੇ ਜਿਹੜਾ ਪਰਸਨ ਇਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਉਹ ਸੀ ਬਿੰਦੂਸਾਰ। ਠੀਕ ਹੈ, ਤਾਂ ਇਹ ਇੰਪੋਰਟੈਂਟ ਆ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਇਹਦੇ ਟਾਈਮ ਦੇ ਵਿੱਚ ਤਕਸ਼ੀਲਾ ਦੇ ਵਿੱਚ 2 ਵਿਦਰੋਹ ਹੋਏ। ਠੀਕ ਹੈ, ਤੇ ਇਹਨਾਂ 2 ਵਿਦਰੋਹਾਂ ਨੂੰ ਦਬਾਉਣ ਵਾਸਤੇ ਉਸਨੇ ਆਪਣੇ 2 ਪੁੱਤਰ ਜਿਹੜੇ ਕਿ ਭੇਜੇ। ਸਭ ਤੋਂ ਪਹਿਲਾਂ ਜਿਹੜਾ ਸੀਗਾ ਸੁਸੀਮ। ਠੀਕ ਹੈ, ਤਾਂ ਸੈਕਿੰਡ ਸੀਗਾ ਅਸ਼ੋਕ। ਤਾਂ ਇਹ ਬਿੰਦੂਸਾਰ ਦੇ ਜਿਹੜੇ ਕੀ ਇਹ ਦੋਵੇਂ ਬੇਟੇ ਸੀਗੇ, ਇਸ ਲਈ ਇਹ ਇੰਪੋਰਟੈਂਟ ਆ। ਤਾਂ ਜਿਹੜਾ ਸੁਸੀਮ ਸੀਗਾ ਜਦੋਂ ਉਸਨੇ ਇਹ ਵਿਦਰੋਹ ਵਿੱਚ ਸ਼ਾਮਿਲ ਹੋਇਆ ਤਾਂ ਉਹ ਵਿਦਰੋਹ ਦਾ ਸਾਹਮਣਾ ਨਹੀਂ ਕਰ ਪਾਇਆ। ਠੀਕ ਹੈ, ਤੇ ਉਹਦੀ ਜਿਹੜੀ ਕਿ ਡੈਥ ਹੋ ਗਈ, ਆ ਸਫਲ ਰਿਹਾ। ਤੇ ਉਸ ਤੋਂ ਬਾਅਦ ਜਦੋਂ ਅਸ਼ੋਕ ਨੂੰ ਇਸ ਵਿਦਰੋਹ ਵਿੱਚ ਭੇਜਿਆ ਗਿਆ ਤਾਂ ਅਸ਼ੋਕ ਨੇ ਇਸ ਵਿਦਰੋਹ ਦੇ ਵਿੱਚ ਜਿਹੜੀ ਕਿ ਜਿੱਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਅਸ਼ੋਕ ਨੇ ਕਾਫੀ ਸਾਰੇ ਹੋਰ ਇਲਾਕੇ ਜਿਹੜੇ ਜਿੱਤਣ ਦੀ ਕੋਸ਼ਿਸ਼ ਕੀਤੀ, ਕਾਫੀ ਸਾਰੇ ਯੁੱਧ ਕੀਤੇ। ਤਾਂ ਉਸ ਤੋਂ ਬਾਅਦ ਫਿਰ ਜਿਹੜਾ ਕੀ ਹੈ ਅਸ਼ੋਕ ਦਾ ਟਾਈਮ ਜਿਹੜਾ ਕੀ ਹੈ ਸ਼ੁਰੂ ਹੋ ਗਿਆ। ਅਸ਼ੋਕ ਨੇ ਜਿਹੜਾ ਕੀ ਹੈ 269 BC ਦੇ ਵਿੱਚ, ਠੀਕ ਹੈ, ਮਗਧ ਦੀ ਰਾਜਧਾਨੀ, ਇਹ ਇੰਪੋਰਟੈਂਟ ਆ, ਇੱਥੋਂ ਸਾਰੇ ਕੁਐਸਚਨ ਅਕਸਰ ਪੁੱਛੇ ਜਾਂਦੇ ਆ। ਠੀਕ ਹੈ, ਮਗਧ ਦੀ ਰਾਜਗੱਦੀ ਦੇ ਉੱਤੇ ਜਦੋਂ ਉਹ ਬੈਠਾ ਤਾਂ ਉਸ ਸਮੇਂ ਉਹ ਕਿੱਥੋਂ ਦਾ ਰਾਜਪਾਲ ਸੀ, ਉਹ ਅਵੰਤੀ ਦਾ ਜਿਹੜਾ ਕੀ ਆ ਰਾਜਪਾਲ ਸੀਗਾ। ਅਸ਼ੋਕ ਨੇ 8 ਸਾਲ ਬਾਅਦ, ਇਸ ਤੋਂ ਬਾਅਦ ਕਿਉਂਕਿ ਅਸ਼ੋਕ ਨੇ ਜਦੋਂ ਤਕਸ਼ੀਲਾ ਦੇ ਵਿਦਰੋਹ ਨੂੰ ਦਬਾਇਆ ਤਾਂ ਉਸ ਤੋਂ ਬਾਅਦ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਹੋਰ ਯੁੱਧ ਉਹਨੇ ਕੀਤੇ, ਹੋਰ ਯੁੱਧ ਵਿੱਚ ਵੀ ਉਹਨੇ ਕਾਫੀ ਸਾਰੇ ਜਿਹੜੀ ਜਿੱਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਜਦੋਂ ਉਸਨੇ 8 ਸਾਲ ਬਾਅਦ ਕਲਿੰਗਾ ਦੇ ਉੱਪਰ ਜਦੋਂ ਹਮਲਾ ਕੀਤਾ, ਕਦੋਂ ਕੀਤਾ, ਮੋਸਟ ਇੰਪੋਰਟੈਂਟ ਇਹ ਘਟਨਾ ਸਭ ਤੋਂ ਇੰਪੋਰਟੈਂਟ ਰਹੀ ਹੈ ਇਹਦੀ ਜ਼ਿੰਦਗੀ ਦੇ ਵਿੱਚ ਅਸ਼ੋਕ ਦੇ। 261 BC ਦੇ ਵਿੱਚ ਜਦੋਂ ਉਸਨੇ ਹਮਲਾ ਕੀਤਾ ਤਾਂ ਉਸਨੇ ਕਲਿੰਗਾ ਦੀ ਰਾਜਧਾਨੀ ਤੋਸ਼ਾਲੀ ਦੇ ਉੱਪਰ ਜਿਹੜਾ ਕਿ ਅਧਿਕਾਰ ਕਰ ਲਿਆ ਸੀ। ਠੀਕ ਹੈ, ਇਸ ਘਟਨਾ ਦੇ ਵਿੱਚ ਉਸਨੇ ਦੇਖਿਆ ਕਿ ਬਹੁਤ ਸਾਰੇ ਬੌਧ ਭਿਕਸ਼ੂ ਤੇ ਗਰੀਬ ਲੋਕ ਤੇ 1.5 ਲੱਖ ਤੋਂ ਵੱਧ ਲੋਕੀ ਜਿਹੜੇ ਕਿ ਮਾਰੇ ਗਏ ਸੀਗੇ, ਹਨਾ। ਕਈਆਂ ਨੇ ਆਪਣੇ ਜਿਹੜੇ ਕਿ ਪਰਿਵਾਰ ਨੂੰ ਖੋ ਦਿੱਤਾ ਸੀ। ਤਾਂ ਇਸ ਘਟਨਾ ਦਾ ਜਿਹੜਾ ਕੀ ਆ ਅਸਰ ਅਸ਼ੋਕ ਦੇ ਉੱਪਰ ਬਹੁਤ ਹੀ ਪਿਆ। ਠੀਕ ਹੈ, ਇਸ ਘਟਨਾ ਤੋਂ ਬਾਅਦ ਅਸ਼ੋਕ ਨੇ ਇਹ ਡਿਸਾਈਡ ਕੀਤਾ ਕਿ ਉਹ ਜ਼ਿੰਦਗੀ ਵਿੱਚ ਜਾਂ ਉਹਦੀ ਆਉਣ ਵਾਲੀ ਕੋਈ ਵੀ ਪੀੜ੍ਹੀ, ਠੀਕ ਹੈ, ਕਦੇ ਵੀ ਜਿਹੜਾ ਕੀ ਆ ਫਿਊਚਰ ਦੇ ਵਿੱਚ ਯੁੱਧ ਨਹੀਂ ਕਰਨਗੇ। ਤਾਂ ਇਹਦਾ ਜਿਹੜਾ ਕੀ ਆ ਅਸੀਂ ਕਹਿ ਸਕਦੇ ਹਾਂ ਮੋਸਟ ਇੰਪੋਰਟੈਂਟ ਘਟਨਾ ਜਿਹੜੀ ਜੇਕਰ ਵਾਪਰੀ ਸੀ ਤਾਂ ਅਸ਼ੋਕ ਦੇ ਜ਼ਿੰਦਗੀ ਦੇ ਵਿੱਚ ਇਹ ਕਲਿੰਗਾ ਦਾ ਯੁੱਧ ਸੀ, ਜਿਹਦੇ ਵਿੱਚ ਬਹੁਤ ਸਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 1.5 ਲੱਖ ਤੋਂ ਲੋਕ ਜਿਹੜੇ ਮਾਰੇ ਗਏ ਸੀ। ਤਾਂ ਉਹ ਇੰਨਾ ਇਹ ਸਾਰਾ ਕੁਝ ਦੇਖ ਕੇ ਉਸ ਦੇ ਜਿਹੜਾ ਕੀ ਹੈ ਬਹੁਤ ਪ੍ਰਭਾਵ ਪਿਆ ਇਸ ਚੀਜ਼ ਦਾ। ਤਾਂ ਉਸਨੇ ਜਿਹੜਾ ਕੀ ਹੈ ਫਿਰ ਧਰਮ ਆਪਾਂ ਕਹਿੰਦੇ ਧਾਮ ਜਾਂ ਜਿਹੜਾ ਕੀ ਅਪਣਾ ਲਿਆ ਸੀਗਾ, ਜਿਹਦੇ ਵਿੱਚ ਉਸਨੇ ਬੁੱਧ ਧਰਮ ਨੂੰ ਅਪਣਾਇਆ ਤੇ ਬੁੱਧ ਧਰਮ ਨੂੰ ਜਿਹੜਾ ਕਿ ਵਿਸਥਾਰ ਕਰਨ ਬਾਰੇ ਜਿਹੜਾ ਕਿ ਅੱਗੇ ਸੋਚਿਆ। ਉਸ ਤੋਂ ਬਾਅਦ ਕੀ ਹੋਇਆ ਕਿ ਅਸ਼ੋਕ ਨੇ ਆਪਣੇ ਇਸ ਕਲਿੰਗਾ ਦੇ ਯੁੱਧ ਬਾਰੇ ਕਿਹੜੇ ਸ਼ਿਲਾਲੇਖ ਵਿੱਚ ਕਿਹਾ, ਤਾਂ ਮੋਸਟ ਇੰਪੋਰਟੈਂਟ ਇਹ ਅਕਸਰ ਕੁਐਸਚਨ ਪੁੱਛ ਲਿਆ ਜਾਂਦਾ ਹੈ। 13ਵੇਂ ਸ਼ਿਲਾਲੇਖ ਵਿੱਚ ਉਸਨੇ ਕਲਿੰਗਾ ਦੇ ਯੁੱਧ ਬਾਰੇ ਦੱਸਿਆ ਸੀ। ਠੀਕ ਹੈ, ਤਾਂ ਇਹ ਵੀ ਇੰਪੋਰਟੈਂਟ ਆ। ਉਸ ਤੋਂ ਬਾਅਦ ਉਸਨੇ ਜਿਹੜਾ ਕਿ ਆਪਣਾ ਹਿਰਦੇ ਪਰਿਵਰਤਨ ਕਰ ਲਿਆ ਸੀ, ਜਾਣੀ ਕਿ ਉਹ ਕਦੇ ਵੀ ਜਿਹੜਾ ਕੀ ਆ ਇਨ ਫਿਊਚਰ ਦੇ ਵਿੱਚ ਯੁੱਧ ਨਹੀਂ ਕਰੂਗਾ। ਤਾਂ ਇਹਦੇ ਵਿੱਚ ਆਪਾਂ ਹੁਣ ਡਿਸਕਸ ਕੀਤਾ ਕਿ ਕਿਸ ਤਰੀਕੇ ਨਾਲ ਚੰਦਰਗੁਪਤ ਮੌਰੀਆ ਨੇ ਜਿਹੜਾ ਕਿ ਆਖਰੀ ਟਾਈਮ ਕਰਨਾਟਕ ਦੇ, ਠੀਕ ਹੈ, ਸਵਰਨ ਬੇਲਗੋਲਾ ਦੇ ਸਥਾਨ ਤੇ ਜਿਹੜਾ ਬਿਤਾਇਆ, ਉਹ ਕਿਹੜੇ ਧਰਮ ਨਾਲ ਸੰਬੰਧਿਤ ਸੀ, ਉਹ ਜੈਨ ਧਰਮ ਨਾਲ ਸੰਬੰਧਿਤ ਸਨ। ਉਸ ਤੋਂ ਬਾਅਦ ਉਹਨਾਂ ਦੇ ਸ਼ਾਸਨ ਕਾਲ ਤੋਂ ਬਾਅਦ ਜਿਹੜਾ ਕਿ ਬਿੰਦੂਸਾਰ ਦਾ ਸ਼ਾਸਨ ਕਾਲ ਆਇਆ। ਠੀਕ ਹੈ, ਤਾਂ ਇਹਦੇ ਵਿੱਚ ਵੀ ਇਹ ਇੰਪੋਰਟੈਂਟ ਆ। ਠੀਕ ਹੈ, ਕਿਉਂਕਿ ਇਹ ਵੀ ਇੱਕ ਪ੍ਰਸਿੱਧ ਸ਼ਾਸਕ ਰਹੇ ਆ ਉਸ ਟਾਈਮ ਦੇ ਵਿੱਚ। ਇਹਨਾਂ ਦਾ ਟਾਈਮ ਵੀ ਇੰਪੋਰਟੈਂਟ ਆ, ਇਹਨਾਂ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਇੱਥੋਂ ਕੁਐਸਚਨ ਬਣਦਾ ਹੈਗਾ। ਤਾਂ ਮੋਸਟ ਇੰਪੋਰਟੈਂਟ ਕਿਹੜੇ 2 ਵਿਦਰੋਹ ਹੋਏ ਸੀ ਜਿਹਦੇ ਵਿੱਚ ਜਿਹੜਾ ਕਿ ਅਸ਼ੋਕ ਇੱਕ ਵਧੀਆ ਸ਼ਾਸਕ ਦੇ ਰੂਪ ਵਿੱਚ ਸਾਡੇ ਸਾਹਮਣੇ ਆਏ ਸੀ। ਤਾਂ ਤਕਸ਼ੀਲਾ ਦੇ ਵਿੱਚ ਜਿਹੜੇ 2 ਵਿਦਰੋਹ ਹੋਏ ਸੀ ਉਹਨੂੰ ਦਬਾਉਣ ਲਈ ਅਸ਼ੋਕ ਨੇ ਜਿਹੜੀ ਕਿ ਜਿੱਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਫਿਰ ਜਿਹੜਾ ਕੀ ਆ ਅਸ਼ੋਕ ਦਾ ਟਾਈਮ ਸ਼ੁਰੂ ਹੋਇਆ ਤਾਂ ਅਸ਼ੋਕ ਜਿਹੜਾ ਕੀ ਆ ਅਵੰਤੀ ਦਾ ਰਾਜਪਾਲ ਸੀ ਉਸ ਟਾਈਮ। ਠੀਕ ਹੈ, 8 ਸਾਲ ਬਾਅਦ ਉਹਨਾਂ ਨੇ ਕਲਿੰਗਾ ਦੇ ਉੱਪਰ ਜਿਹੜਾ ਕੀ ਆ ਹਮਲਾ ਕੀਤਾ। 261 BC ਡੇਟ ਬਹੁਤ ਇੰਪੋਰਟੈਂਟ ਆ। ਠੀਕ ਹੈ, ਤੇ ਜਦੋਂ ਉਸਨੇ ਕਲਿੰਗਾ ਤੇ ਅਧਿਕਾਰ
ਜਮਾ ਲਿਆ ਤੇ ਸਭ ਤੋਂ ਪਹਿਲਾਂ ਤੋਸ਼ਾਲੀ ਦੇ ਉੱਪਰ ਜਿਹੜਾ ਕੀ ਆ ਅਧਿਕਾਰ ਜਮਾਇਆ। ਉਸ ਤੋਂ ਬਾਅਦ ਉਹਨਾਂ ਨੇ ਕਾਫੀ ਸਾਰੇ ਸ਼ਿਲਾਲੇਖ ਸੀਗੇ, ਆਪਾਂ ਨੂੰ ਪਤਾ ਅਸ਼ੋਕ ਨੇ ਜਿਹੜੇ ਕੀ ਕਰਵਾਏ, ਜਿਹਦੇ ਵਿੱਚ ਰੋਗ ਸ਼ਿਲਾਲੇਖ ਹੋ ਗਏ, ਠੀਕ ਹੈ, ਗੁਫਾਵਾਂ ਬਣਾਈਆਂ ਗਈਆਂ ਤੇ ਇਹਦੇ ਵਿੱਚ ਕਾਫੀ ਸਾਰੇ। ਫਿਰ 13ਵੇਂ ਸ਼ਿਲਾਲੇਖ ਦੇ ਵਿੱਚ ਉਸਨੇ ਕਲਿੰਗਾ ਦੇ ਯੁੱਧ ਬਾਰੇ ਦੱਸਿਆ। ਤਾਂ ਇਹ ਮੋਸਟ ਇੰਪੋਰਟੈਂਟ ਜਿਹੜੀ ਘਟਨਾ ਰਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਤਾਂ ਉਸ ਤੋਂ ਬਾਅਦ ਉਹਨਾਂ ਨੇ ਹਿਰਦੇ ਪਰਿਵਰਤਨ ਕੀਤਾ। ਨੈਕਸਟ ਆਪਾਂ ਅਸ਼ੋਕ ਦੇ ਬਾਰੇ ਹੋਰ ਕੁਝ ਵੀ ਅੱਗੇ ਪੜ੍ਹਦੇ ਹਾਂ ਕਿ ਉਹਨਾਂ ਦੇ ਟਾਈਮ ਦੇ ਵਿੱਚ ਅੱਗੇ ਉਹਨਾਂ ਨੇ ਹੋਰ ਕਿਸ ਤਰੀਕੇ ਨਾਲ ਬੁੱਧ ਧਰਮ ਅਪਣਾਇਆ, ਠੀਕ ਹੈ, ਕਿਸ ਤਰ੍ਹਾਂ ਲੋਕਾਂ ਦੇ ਵਿੱਚ ਉਸ ਦੇ ਬਾਰੇ ਗਿਆਨ ਜਿਹੜਾ ਕੀ ਹੈ ਲੋਕਾਂ ਨੂੰ ਦਿੱਤਾ। ਤੇ ਮੌਰੀਆ ਕਾਲ ਦੇ ਵਿੱਚ ਸਮਾਜਿਕ ਜਿਹੜਾ ਕੀ ਪ੍ਰਬੰਧ ਰਹੇ ਹੈਗੇ ਆ। ਤਾਂ ਨੈਕਸਟ ਡਿਸਕਸ ਕਰਦੇ ਹਾਂ। ਨੈਕਸਟ ਹੈ ਉਹ ਸੀ ਜੀ ਅਸ਼ੋਕ ਨੂੰ ਉਪਗੁਪਤ ਨਾਮਕ, ਠੀਕ ਹੈ, ਤਾਂ ਇਹ ਇੰਪੋਰਟੈਂਟ ਆ। ਉਪਗੁਪਤ ਨਾਮਕ ਬੋਧੀ ਭਿਕਸ਼ੂ ਨੇ ਬੁੱਧ ਧਰਮ ਦੀ ਜਿਹੜੀ ਕੀ ਆ ਦੀਕਸ਼ਾ ਦਿੱਤੀ ਸੀ। ਤਾਂ ਇਹ ਇੰਪੋਰਟੈਂਟ ਆ ਕਿ ਅਸ਼ੋਕ ਨੇ ਕਿਹੜਾ ਧਰਮ ਅਪਣਾਇਆ ਸੀ। ਤਾਂ ਉਹ ਸੀ ਜੀ ਬੁੱਧ ਧਰਮ। ਅਸ਼ੋਕ ਨੇ ਇੱਕ ਧਰਮ ਸ਼ੁਰੂ ਕੀਤਾ ਸੀ, ਮੋਸਟ ਇੰਪੋਰਟੈਂਟ, ਇਸ ਨੂੰ ਅਸ਼ੋਕ ਧੰਮ ਦੇ ਨਾਮ ਨਾਲ ਜਿਹੜਾ ਕੀ ਆ ਜਾਣਿਆ ਜਾਂਦਾ ਹੈ। ਤਾਂ ਇੱਥੋਂ ਵੀ ਕੁਐਸਚਨ ਇੰਪੋਰਟੈਂਟ ਆ ਕਿ ਇਹਨਾਂ ਨੇ ਕਿਹੜਾ ਜਿਹੜਾ ਕੀ ਆ ਧਰਮ ਸ਼ੁਰੂ ਕੀਤਾ ਸੀ। ਤਾਂ ਉਸ ਨੂੰ ਅਸ਼ੋਕ ਧੰਮ ਦੇ ਨਾਲ ਜਾਣਿਆ ਜਾਂਦਾ ਹੈ। ਤਾਂ ਇਹਦੇ ਬਾਰੇ ਕਿੱਥੇ ਜਿਹੜੀ ਕੀ ਇਨਫੋਰਮੇਸ਼ਨ ਪਤਾ ਲੱਗੀ ਸੀ, ਤਾਂ ਉਹ ਸੀ 11ਵੇਂ ਸ਼ਿਲਾਲੇਖ ਦੇ ਵਿੱਚ ਜਿਹੜਾ ਕੀ ਆ ਧੰਮ ਦੇ ਬਾਰੇ ਦੱਸਿਆ ਗਿਆ ਹੈ, ਮੋਸਟ ਇੰਪੋਰਟੈਂਟ। ਤਾਂ ਇੱਥੋਂ ਵੀ ਕੁਐਸਚਨ ਜਿਹੜੇ ਕੀ ਆ ਬਣਦੇ ਆ। ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੈਨੂੰ ਕਮੈਂਟਸ ਕਰਨਾ ਨਾ ਭੁੱਲਿਓ ਕਿ ਵੀਡੀਓ ਤੁਹਾਨੂੰ ਕਿਵੇਂ ਲੱਗੀ, ਕਿਉਂਕਿ ਤੁਹਾਡੇ ਲਾਈਕ ਕਮੈਂਟ ਦੇ ਨਾਲ ਹੀ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਮੈਂ ਹੋਰ ਜਿਹੜੀ ਕੀ ਆ ਵੀਡੀਓ ਅੱਗੇ ਲੈ ਕੇ ਆ ਸਕਾਂ। ਤੇ ਇਸੇ ਤਰੀਕੇ ਨਾਲ ਤੁਸੀਂ ਜਿਹੜੀ ਕਿ ਆਪਣੀ ਪ੍ਰੈਪਰੇਸ਼ਨ ਐਗਜ਼ਾਮ ਦੀ ਕਰਦੇ ਰਹੋ। ਤਾਂ ਨੈਕਸਟ ਅੱਗੇ ਹੈਗਾ ਜੀ ਅਸ਼ੋਕ ਦੇ ਸ਼ਿਲਾਲੇਖ, ਠੀਕ ਹੈ, ਮੋਸਟ ਇੰਪੋਰਟੈਂਟ। ਇੱਥੋਂ ਵੀ ਕੁਐਸਚਨ ਜਿਹੜੇ ਕੀ ਆ ਬਣਦੇ ਹੈਗੇ ਆ। ਤਾਂ ਇਹਦੇ ਵਿੱਚ ਜਿਹੜੀ ਲੈਂਗੁਏਜ ਯੂਜ਼ ਕੀਤੀ ਗਈ ਸੀ, ਜੇਕਰ ਆਪਾਂ ਕਹੀਏ ਲਿਪੀ ਦਾ ਪ੍ਰਯੋਗ ਹੋਇਆ ਸੀ ਤਾਂ ਕਿਹੜੀ ਸੀ, ਉਹ ਸੀ ਜੀ ਬ੍ਰਹਮੀ, ਠੀਕ ਹੈ, ਖਰੋਸ਼ਟੀ, ਗ੍ਰੀਕ ਤੇ ਜਿਹੜੀ ਕੀ ਆ ਅਰੈਮਿਕ ਲਿਪੀ ਦਾ ਜਿਹੜਾ ਕੀ ਆ ਪ੍ਰਯੋਗ ਹੋਇਆ ਸੀ। ਤਾਂ ਇਹਦੇ ਵਿੱਚ ਇਹ ਕੁਐਸਚਨ ਹਮੇਸ਼ਾ ਪੁੱਛੇ ਜਾਂਦੇ ਆ ਕਿ ਗ੍ਰੀਕ ਲਿਪੀ ਦਾ ਜਿਹੜਾ ਪ੍ਰਯੋਗ ਉਹ ਕਿੱਥੇ ਹੋਇਆ ਸੀ। ਤਾਂ ਉਹ ਹੋਇਆ ਸੀ ਜੀ ਅਫਗਾਨਿਸਤਾਨ, ਠੀਕ ਹੈ। ਖਰੋਸ਼ਟੀ ਲਿਪੀ ਦਾ ਜਿਹੜਾ ਪ੍ਰਯੋਗ ਹੋਇਆ ਸੀ ਉਹ ਉੱਤਰ ਪੱਛਮ ਪਾਕਿਸਤਾਨ। ਤੇ ਬ੍ਰਹਮੀ ਲਿਪੀ ਕਿੱਥੇ ਪ੍ਰਯੋਗ ਹੋਇਆ ਸੀ, ਪੂਰੇ ਭਾਰਤ ਦੇ ਵਿੱਚ। ਤਾਂ ਇਹ ਵੀ ਕੁਐਸਚਨ ਅਕਸਰ ਜਿਹੜੇ ਕਿ ਇੱਥੋਂ ਪੁੱਛੇ ਜਾਂਦੇ ਆ, ਤਾਂ ਇਹ ਇੰਪੋਰਟੈਂਟ ਆ। ਜੇਕਰ ਆਪਾਂ ਅਭਿਲੇਖ ਦੀ ਗੱਲ ਕਰੀਏ ਕਿ ਅਭਿਲੇਖ ਕਿਹੜੇ ਕਿਹੜੇ ਸੀ, ਤਾਂ ਅਭਿਲੇਖ ਸੀਗੇ ਜੀ ਸ਼ਿਲਾਲੇਖ ਸੀ, ਸਤੰਭ ਲੇਖ ਸੀਗੇ ਉਸ ਟਾਈਮ, ਤੇ ਗੁਫਾ ਲੇਖ ਜਿਹੜੇ ਕਿ ਅਸ਼ੋਕ ਨੇ ਜਿਹੜੇ ਕੀ ਆ ਲਿਖਵਾਏ ਸੀ ਅਭਿਲੇਖ। ਤਾਂ ਇਹ ਤਿੰਨੇ ਹੀ ਇੰਪੋਰਟੈਂਟ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਜੀ ਮੌਰੀਅਨ ਐਡਮਿਨਿਸਟ੍ਰੇਸ਼ਨ ਬਾਰੇ ਕਿ ਉਸ ਟਾਈਮ ਦੇ ਵਿੱਚ ਰਾਜ ਪ੍ਰਬੰਧ ਕਿਵੇਂ ਦਾ ਸੀ, ਠੀਕ ਹੈ। ਸਭ ਤੋਂ ਵੱਡਾ ਜਿਹੜਾ ਕਿ ਰਾਜਾ ਹੁੰਦਾ ਸੀ, ਠੀਕ ਹੈ, ਜਿਹਨੂੰ ਯੁਵਰਾਜ ਦੇ ਨਾਮ ਨਾਲ ਵੀ ਜਿਹੜਾ ਕੀ ਆ ਜਾਣਿਆ ਜਾਂਦਾ ਹੈਗਾ, ਕਿਉਂਕਿ ਰਾਜਾ ਜਿਹੜਾ ਕੀ ਆ ਇੱਕ ਕੇਂਦਰ ਦੇ ਵਿੱਚ ਹੁੰਦਾ ਸੀ। ਤਾਂ ਉਸ ਟਾਈਮ ਜਿਹੜੀ ਕੀ ਆ ਆਪਾਂ ਕਹਿ ਸਕਦੇ ਰਾਜ ਸੀ, ਕੇਂਦਰ ਸ਼ਾਸਿਤ ਪ੍ਰਦੇਸ਼, ਜਿਵੇਂ ਆਪਾਂ ਕਹਿੰਦੇ ਹੁੰਦੇ ਆ ਕੇਂਦਰ ਦੇ ਵਿੱਚ ਰਹਿਣਾ, ਹਨਾ। ਤਾਂ ਕੇਂਦਰੀ ਸੀ ਰਾਜਾ, ਆਪਣੇ ਆਪ ਨੂੰ ਵਿਚਾਲੇ ਸੈਂਟਰ 'ਚ ਰੱਖਦਾ ਸੀ ਤੇ ਉਸਦੇ ਆਸੇ-ਪਾਸੇ ਜਿੰਨੇ ਵੀ ਹੋਰ ਮੈਂਬਰ ਹੁੰਦੇ ਸੀਗੇ ਤਾਂ ਉਹਨਾਂ ਦੀਆਂ ਸਲਾਹਾਂ ਦੇ ਨਾਲ ਪੂਰਾ ਰਾਜ ਪ੍ਰਬੰਧ ਜਿਹੜਾ ਕੀ ਆ ਚੱਲਦਾ ਸੀ। ਉਸੇ ਤਰੀਕੇ ਨਾਲ ਹੋਰ ਕੌਣ ਇੰਪੋਰਟੈਂਟ ਆ, ਗੋਪ ਕਿਹੜੇ ਹੁੰਦੇ ਸੀ, ਜਿਨ੍ਹਾਂ ਨੂੰ ਚੀਫ ਪੁਰੋਹਿਤ ਤੇ ਗੁਪਤਚਰ ਵੀ ਕਿਹਾ ਜਾਂਦਾ ਸੀ, ਕਿਉਂਕਿ ਐਡੇ ਵੱਡੇ ਸਾਮਰਾਜ ਨੂੰ ਸੰਭਾਲਣਾ ਜਿਹੜਾ ਕੀ ਹੈ ਰਾਜਾ ਇਕੱਲਾ ਤਾਂ ਨਹੀਂ ਕਰ ਸਕਦਾ। ਤਾਂ ਉਸਨੇ ਕਾਫੀ ਸਾਰੇ ਅਧਿਕਾਰੀ ਜਿਹੜੇ ਕੀ ਆ ਸ਼ਾਮਿਲ ਕੀਤੇ ਸੀ ਆਪਣੇ ਰਾਜ ਪ੍ਰਬੰਧ ਨੂੰ ਚਲਾਉਣ ਲਈ। ਤਾਂ ਉਹਦੇ ਵਿੱਚ ਸਭ ਤੋਂ ਜੇਕਰ ਫੇਮਸ ਆਪਾਂ ਕਹੀਏ ਤਾਂ ਗੋਪ ਸੀਗੇ, ਗੁਪਤਚਰ ਸੀ, ਜਿਹੜੇ ਕਿ ਇੱਕ ਪੁਲਿਸ ਦਾ ਕੰਮ ਕਰਦੇ ਹੁੰਦੇ ਸੀਗੇ, ਠੀਕ ਹੈ। ਲੋਕਾਂ ਨੂੰ ਇਸ ਚੀਜ਼ ਬਾਰੇ ਨਹੀਂ ਸੀ ਪਤਾ ਹੁੰਦਾ, ਤਾਂ ਇੱਕ ਗੁਪਤਚਰ ਦਾ ਕੰਮ ਕਰਦੇ ਸੀ। ਉਹ ਆਮ ਜਨਤਾ ਦੇ ਵਿੱਚ ਘੁੰਮਦੇ ਫਿਰਦੇ ਰਹਿੰਦੇ ਹੁੰਦੇ ਸੀ ਬਾਜ਼ਾਰਾਂ ਦੇ ਵਿੱਚ। ਤਾਂ ਉੱਥੋਂ ਜਿਹੜਾ ਕੀ ਆ ਰਾਜੇ ਨੂੰ ਇਹ ਆਈਡੀਆ ਹੋ ਜਾਂਦਾ ਹੁੰਦਾ ਸੀ ਕਿ ਜੇਕਰ ਕੋਈ ਹਮਲਾ ਹੋਣਾ ਹੁੰਦਾ ਤਾਂ ਜਾਂ ਕੋਈ ਸ਼ਹਿਰ ਦੇ ਵਿੱਚ ਦੁਸ਼ਮਣ ਅੰਦਰ ਆ ਜੇ ਤਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਜਾਂ ਉਹਨਾਂ ਤੋਂ ਹਨਾ ਪਤਾ ਕਰਕੇ ਤਾਂ ਗੁਪਤਚਰ ਜਿਹੜਾ ਕੀ ਆ ਰਾਜੇ ਨੂੰ ਦੱਸ ਦਿੰਦਾ ਹੁੰਦਾ ਸੀ। ਤੇ ਇਸ ਤਰੀਕੇ ਨਾਲ ਉਹ ਪਹਿਲਾਂ ਹੀ ਇਸ ਚੀਜ਼ ਲਈ ਅਲਰਟ ਰਹਿੰਦੇ ਹੁੰਦੇ ਸੀ। ਤਾਂ ਇੱਥੋਂ ਆਪਾਂ ਕਹਿ ਸਕਦੇ ਕਿ ਮੌਰੀਆ ਸਾਮਰਾਜ ਨੂੰ ਜਿਹੜਾ ਚਲਾਉਣ ਲਈ ਰਾਜੇ ਦਾ ਪ੍ਰਬੰਧ ਬਹੁਤ ਜ਼ਿਆਦਾ ਵਧੀਆ ਸੀ। ਤਾਂ ਉਸ ਤੋਂ ਬਾਅਦ ਆ ਗਿਆ ਜੀ ਸੈਨਾਪਤੀ। ਰਾਜੇ ਨੇ ਸੈਨਾਪਤੀ ਵੀ ਰੱਖੇ ਹੋਏ ਸੀ, ਠੀਕ ਹੈ। ਸੈਨਾ ਦਾ ਕਮਾਂਡਰ ਨੂੰ ਜਿਹੜਾ ਕੀ ਆ
ਕਮਾਂਡਰ ਏ ਚੀਫ ਜਿਹੜਾ ਕੀ ਆ ਨਾਮ ਦਿੱਤਾ ਗਿਆ ਸੀ। ਉਸ ਤੋਂ ਬਾਅਦ ਜਿਹੜੇ ਪ੍ਰਾਂਤ ਸੀ, ਜਾਣੀ ਕਿ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਇਲਾਕਿਆਂ ਨੂੰ ਵੰਡਣਾ ਹਨਾ ਪ੍ਰਾਂਤਾਂ ਦੇ ਵਿੱਚ, ਤੇ ਪ੍ਰਾਂਤ ਨੂੰ ਜਿਹੜੇ ਕਿ ਅੱਗੇ ਵਿਸ਼ ਵਿੱਚ ਵੰਡਿਆ ਗਿਆ ਸੀ ਤੇ ਇੱਕ ਵਿਸ਼ ਦਾ ਜਿਹੜਾ ਮੁਖੀ ਹੁੰਦਾ ਸੀ ਉਸ ਨੂੰ ਵਿਸ਼ਪਤੀ ਜਿਹੜਾ ਕੀ ਆ ਕਿਹਾ ਜਾਂਦਾ ਸੀ। ਮੋਸਟ ਇੰਪੋਰਟੈਂਟ ਤਾਂ ਇਹ ਵੀ ਇੰਪੋਰਟੈਂਟ ਆ, ਇੱਥੋਂ ਵੀ ਕੁਐਸਚਨ ਜਿਹੜੇ ਕਿ ਅਕਸਰ ਬਣਦੇ ਹੈਗੇ ਆ। ਸੈਨਾ ਦੀ ਜੇਕਰ ਗੱਲ ਕਰੀਏ ਤਾਂ ਰਾਜੇ ਦੇ ਟਾਈਮ ਦੇ ਵਿੱਚ ਸੈਨਾ 3 ਪ੍ਰਕਾਰ ਦੀ ਹੁੰਦੀ ਸੀ। ਇੱਕ ਉਹਦੇ ਵਿੱਚ ਸ਼ਾਮਿਲ ਹੁੰਦੇ ਸੀ ਪੈਦਲ ਸੈਨਾ, ਦੂਸਰੇ ਸੀ ਹਾਥੀ ਵਾਲੀ ਸੈਨਾ ਤੇ ਤੀਸਰੀ ਹੁੰਦੀ ਸੀ ਜੀ ਘੋੜ ਸਵਾਰ ਵਾਲੀ ਸੈਨਾ ਹੁੰਦੀ ਸੀ। ਉਸ ਟਾਈਮ ਜਿਹੜਾ ਟੈਕਸ ਹੁੰਦਾ ਸੀ ਸਭ ਤੋਂ ਫੇਮਸ ਕਿਹੜਾ ਸੀ? ਬਲੀ ਦੇ ਰੂਪ ਵਿੱਚ ਉਸ ਨੂੰ ਜਿਹੜਾ ਕੀ ਆ ਨਾਮ ਦਿੱਤਾ ਗਿਆ ਸੀ। ਤਾਂ ਜਿਹੜਾ ਟੈਕਸ ਲਿੱਤਾ ਜਾਂਦਾ ਸੀ ਤਾਂ ਉਹ ਬਲੀ ਉਹਨੂੰ ਕਿਹਾ ਜਾਂਦਾ ਸੀ। ਤੇ ਜਿਹੜਾ ਕੀ ਆ ਕ੍ਰਿਸ਼ ਦੇ ਆਧਾਰ ਤੇ ਜੇਕਰ ਆਪਾਂ ਕਹੀਏ ਕਿਸਾਨਾਂ ਤੋਂ ਜਿਹੜਾ ਭੂਮੀ ਕਰ ਲਿੱਤਾ ਜਾਂਦਾ ਸੀ ਤਾਂ ਉਹ ਕਿੰਨਾ ਹੁੰਦਾ ਸੀ? 1/6 ਹਿੱਸਾ ਹੁੰਦਾ ਸੀ। ਤਾਂ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਜਿਹੜਾ ਕੀ ਆ ਮੌਰੀਅਨ ਸਾਮਰਾਜ ਦੇ ਬਾਰੇ ਜਿਹੜਾ ਕੀ ਪੂਰਾ ਡਿਸਕਸ ਕੀਤਾ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਮੇਰੀ ਇਸ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।